ਧਿਆਇਓ ਅੰਤ ਬਾਰ ਨਾਮ ਸਖਾ। ਜਹ ਮਾਤ ਪਿਤਾ ਸੁਤ ਭਾਈ ਨ ਪਹੁੰਚੈ, ਤਹਾਂ ਤਹਾਂ ਤੂੰ ਰੱਖਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਾਰੰਗ ਰਾਗ ਅੰਗ 1212 ਤੇ ਸਾਨੂੰ ਸਮਝਾਉਣਾ ਕਰਦੇ ਨੇ ਕਿ ਜੀਵ ਅੰਤ ਸਮੇਂ ਤੇਰਾ ਕੇਵਲ ਸਹਾਈ ਹੋਣਾ ਹੈ ਤੇ ਵਾਹਿਗੁਰੂ ਪਰਮਾਤਮਾ ਨੇ ਹੋਣਾ ਹੈ। ਬਾਕੀ ਜਿੰਨੇ ਸੰਬੰਧ ਨੇ, ਜਿੰਨੀਆਂ ਰਿਸ਼ਤੇਦਾਰੀਆਂ ਨੇ, ਇਹ ਕੇਵਲ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਿਹ ਕੋ ਨਾ ਸਹਾਈ। ਅੰਤ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ ਹੈ। ਧੰਨ ਸੰਤ ਮਾਧੋ ਦਾਸ ਜੀ, ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਸ਼ ਬੰਸ਼ ਸੋਢੀ ਖਾਨਦਾਨ ਦੇ ਇੱਕ ਰੱਬ ਨੂੰ ਜਪਣ ਵਾਲੇ, ਪਰਮਾਤਮਾ ਨੂੰ ਧਿਆਉਣ ਵਾਲੇ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਰਨੀ ਕਥਨੀ ਦੇ ਪੂਰੇ ਗੁਰਸਿੱਖ ਸੀ। ਮਾਧੋ ਦਾਸ ਜੀ ਜੇ ਨਾਮ ਸੰਤ ਸ਼ਬਦ ਸੀ ਤੇ ਉਹਨਾਂ ਕੋਲ ਸੱਸਾ ਸੰਤੋਖ, ਨੰਨਾ ਨਿਮਰਤਾ ਤੇ ਤੱਤਾ ਤਿਆਗ ਵੀ ਸੀ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਜੋ ਗੁਰੂ ਸਾਹਿਬ ਜੀ ਕਹਿੰਦੇ, ਮਾਧੋ ਦਾਸ ਸੰਤ ਜੀ ਉਹ ਹੀ ਕਰਦੇ। ਜਿੱਥੇ ਕਿ ਇਹਨਾਂ ਦੀ ਕਰਨੀ ਅਤੇ ਕਥਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਸਤਿਕਾਰ ਕਰਦੇ ਸਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੇ ਖੁਸ਼। ਇਹਨਾਂ ਨੂੰ ਪ੍ਰਚਾਰ ਕਰਨ ਲਈ ਸਤਿਗੁਰੂ ਜੀ ਨੇ ਕਸ਼ਮੀਰ ਦਾ ਇਲਾਕਾ ਦਿੱਤਾ ਕਿ ਸੰਤ ਮਾਧੋ ਦਾਸ ਜੀ ਤੁਸੀਂ ਕਸ਼ਮੀਰ ਦੀ ਧਰਤੀ ਤੇ ਜਾਓ, ਜਿੱਥੇ ਕਿ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਸੁਣਾਓ। ਆਪ ਜੀ ਦੀਆਂ ਵਿਚਾਰਾਂ ਨਾਲ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਆਸ਼ੇ ਨਾਲ ਚੱਲੇਗੀ। ਸਤ ਬਚਨ ਕਹਿ ਕੇ ਤੇ ਸੰਤ ਮਾਧੋ ਦਾਸ ਜੀ ਕਸ਼ਮੀਰ ਨੂੰ ਗੁਰੂ ਨਾਨਕ ਦੇ ਗੁਰਮਤਿ ਵਿਚਾਰਾਂ ਵਾਸਤੇ ਚੱਲ ਪਏ। ਕਸ਼ਮੀਰ ਪਹੁੰਚੇ ਤੇ ਇਹਨਾਂ ਦੇ ਪ੍ਰਚਾਰ ਸਦਕਾ ਕਥਨੀ ਅਤੇ ਕਰਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਭਾਈ ਸਾਹਿਬ ਦਾ ਸਤਿਕਾਰ ਕਰਦੇ ਸੀ। ਗੁਰਮਤਿ ਵਿਚਾਰਾਂ ਸੁਣ ਕੇ ਸੰਗਤਾਂ ਲਾਭ ਉਠਾਉਂਦੀਆਂ। ਕਸ਼ਮੀਰ ਦੇ ਇੱਕ ਸ਼ਾਹੂਕਾਰ ਦੇ 4 ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਜੋ ਸੰਤਾਂ ਦਾ ਮਿਲਾਪੀ ਸੀ, ਸੰਤ ਮਾਧੋ ਦਾਸ ਜੀ ਦਾ ਸੰਗੀ ਹੋ ਗਿਆ। ਆਪਣਾ ਬਹੁਤਾ ਸਮਾਂ ਸਿਮਰਨ ਤੇ ਸੇਵਾ ਸਤ ਸੰਗਤ ਵਿੱਚ ਬਿਤਾਉਣ ਲੱਗਾ। ਕਥਾ ਵਿੱਚ ਐਸਾ ਨੇਮ ਪ੍ਰਪੱਕ ਕੀਤਾ ਕਿ ਕਥਾ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਘਰ ਜਾਇਆ ਕਰੇ। ਇੱਕ ਰਾਤ ਕਸ਼ਮੀਰ ਦੇ ਇਸ ਇਲਾਕੇ ਅੰਦਰ ਚੋਰੀ ਹੋ ਗਈ, ਜਿਸ ਕਾਰਨ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਪ੍ਰਜਾ ਵਿੱਚੋਂ ਕੋਈ ਵੀ ਮਨੁੱਖ ਅੱਧੀ ਰਾਤ ਤੋਂ ਬਾਹਰ ਫਿਰਦਾ ਪਾਇਆ ਗਿਆ ਤਾਂ ਉਸ ਨੂੰ ਚੋਰ ਸਮਝ ਕੇ ਬਿਨਾਂ ਕੋਈ ਨਿਰਣਾ ਸੂਲੀ ਤੇ ਟੰਗ ਦਿੱਤਾ ਜਾਵੇਗਾ। ਇਹ ਬਾਦਸ਼ਾਹ ਦਾ ਹੁਕਮ ਸੀ। ਸੰਗਤਾਂ ਨੇ ਸੰਤ ਮਾਧੋ ਦਾਸ ਜੀ ਨੂੰ ਬੇਨਤੀ ਕੀਤੀ ਧਰਮਸ਼ਾਲ ਆ ਕੇ ਕਿ ਸੰਤ ਮਹਾਂਪੁਰਸ਼ੋ, ਰਾਜੇ ਦਾ ਇਹ ਹੁਕਮ ਹੋ ਗਿਆ ਹੈ, ਕਿਉਂਕਿ ਰਾਤ ਚੋਰੀ ਹੋਣ ਕਰਕੇ ਹੁਕਮ ਜਾਰੀ ਕੀਤਾ ਹੈ, ਜਿਹੜਾ ਅੱਧੀ ਰਾਤ ਤੁਰਦਾ ਫਿਰਦਾ ਬਾਹਰ ਦੇਖ ਲਿਆ ਤੇ ਬਿਨਾਂ ਪੁੱਛ ਗਿੱਛ ਕੀਤਿਆਂ ਸੂਲੀ ਤੇ ਟੰਗ ਦਿੱਤਾ ਜਾਵੇਗਾ। ਆਪ ਜੀ ਇਸ ਤਰ੍ਹਾਂ ਕਰੋ ਕਿ ਹੁਣ ਕਥਾ ਦੀ ਸਮਾਪਤੀ 10 ਵਜੇ ਹੀ ਕਰ ਦੇਣੀ। ਮਹਾਂਪੁਰਸ਼ਾਂ ਨੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਕੇ ਸਮਾਪਤੀ 10 ਵਜੇ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮਹਾਂਪੁਰਸ਼ਾਂ ਨੂੰ ਕਥਾ ਦਾ ਐਸਾ ਰਸ ਆਇਆ, ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਇੰਨੀ ਰਸ ਵਾਲੀ ਬਣ ਗਈ ਕਿ ਕਥਾ ਦੀ ਮਸਤੀ ਵਿੱਚ ਸਮੇਂ ਦਾ ਚੇਤਾ ਹੀ ਨਾ ਰਿਹਾ। ਕਿ ਜਦੋਂ ਸਮਾਂ ਉੱਤੇ ਜਾਂਦਾ ਦਿਖਿਆ ਤਾਂ ਬਾਦਸ਼ਾਹ ਦੇ ਭੈ ਕਰਕੇ ਸੰਗਤਾਂ ਉੱਠ ਕੇ ਚੱਲੀਆਂ ਕਿ ਬਾਦਸ਼ਾਹ ਸੂਲੀ ਤੇ ਟੰਗ ਦੇਵੇਗਾ। ਪਰ ਮਹਾਂਪੁਰਸ਼ਾਂ ਅੱਖਾਂ ਮੀਟ ਕੇ ਕਥਾ ਕਰੀ ਗਏ।
ਇੱਕ ਉਹ ਸ਼ਾਹੂਕਾਰ ਦਾ ਲੜਕਾ ਬੈਠਾ ਰਿਹਾ। ਜਦੋਂ ਮਹਾਂਪੁਰਸ਼ਾਂ ਨੇ ਅੱਖਾਂ ਖੋਲੀਆਂ ਤਾਂ ਕੀ ਦਿਖਿਆ ਕਿ ਸਾਰੇ ਉੱਠ ਕੇ ਚਲੇ ਗਏ, ਪਰ ਇੱਕ ਲੜਕਾ ਨਹੀਂ ਗਿਆ ਜੋ ਰੋਜ਼ ਸ਼ਾਹੂਕਾਰ ਦਾ ਲੜਕਾ ਸੀ, ਪਰ ਰੋਜ਼ ਗੁਰੂ ਸਾਹਿਬ ਜੀ ਦੀ ਕਥਾ ਪਿਆਰ ਨਾਲ ਸੁਣਦਾ ਸੀ। ਮਹਾਂਪੁਰਸ਼ ਕਹਿਣ ਲੱਗੇ ਕਿ ਮੈਨੂੰ ਸਮੇਂ ਦਾ ਚੇਤਾ ਨਹੀਂ ਰਿਹਾ, ਜਿੱਥੇ ਹੋਰ ਉੱਠ ਕੇ ਚਲੇ ਗਏ ਪੁੱਤਰ ਤੂੰ ਵੀ ਚਲਿਆ ਜਾਣਾ ਸੀ। ਉਹ ਲੜਕਾ ਕਹਿਣ ਲੱਗਾ, ਮਹਾਰਾਜ ਜੇ ਮੈਂ ਚਲਿਆ ਜਾਂਦਾ ਤਾਂ ਇੱਕ ਤਾਂ ਮੇਰੇ ਸਰੋਤੇਪਨ ਨੂੰ ਲਾਜ ਲੱਗਦੀ, ਦੂਜਾ ਮੇਰਾ ਨਿਜ਼ਮ ਟੁੱਟਦਾ ਤੇ ਤੀਜਾ ਕਥਾ ਦਾ ਨਿਰਾਦਰ ਹੁੰਦਾ। ਇੱਕ ਸਰੋਤਾ ਨਹੀਂ ਰਿਹਾ, ਇਸ ਕਰਕੇ ਗੁਰੂ ਦੀਆਂ ਖੁਸ਼ੀਆਂ ਨਹੀਂ ਸੀ ਹੋਣੀਆਂ। ਚੌਥਾ ਕਥਾ ਦਾ ਰਸ ਛੱਡ ਕੇ ਮੈਂ ਜਾ ਨਹੀਂ ਸਕਿਆ। ਨਾ ਜਾਣ ਕਰਕੇ ਭਾਵੇਂ ਰਾਜੇ ਦੇ ਹੁਕਮ ਦੀ ਉਲੰਘਣਾ ਹੋਈ ਹੈ, ਪਰ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਗੁਰੂ ਦਾ ਹੁਕਮ ਮੰਨਿਆ ਹੈ। ਮਹਾਂਪੁਰਸ਼ਾਂ ਦੇ ਅੰਦਰੋਂ ਅਸੀਸ ਨਿਕਲੀ ਕਿ ਬੱਚਾ ਤੇਰਾ ਗੁਰੂ ਰੱਖਾ, ਤੈਨੂੰ ਗੁਰੂ ਹਰ ਸਮੇਂ ਦੁੱਖ ਦੀ ਘੜੀ ਚੋਂ, ਕਲੇਸ਼ ਦੀ ਘੜੀ ਚੋਂ ਆਪ ਹੱਥ ਦੇ ਕੇ ਬਚਾਏਗਾ, ਕਿਉਂਕਿ ਤੂੰ ਗੁਰੂ ਨਾਨਕ ਦੇ ਘਰ ਗੁਰੂ ਪੰਜਵੇਂ ਪਾਤਸ਼ਾਹ ਨਾਲ ਸਾਂਝ ਪਾਈ ਹੈ। ਇਹ ਬੱਚਾ ਜਦੋਂ ਘਰ ਨੂੰ ਮੁੜਿਆ ਤਾਂ ਅੱਧੀ ਰਾਤ ਤੋਂ ਸਮਾਂ ਉੱਤੇ ਹੋਣ ਕਰਕੇ ਰਾਜੇ ਦੇ ਅਹਿਲਕਾਰਾਂ ਨੇ ਇਸ ਨੂੰ ਫੜ ਲਿਆ। ਇਸ ਨੇ ਦੱਸਿਆ ਕਿ ਮੈਂ ਸ਼ਾਹੂਕਾਰ ਦਾ ਪੁੱਤਰ ਹਾਂ। ਇਸ ਦੇ ਪਿਤਾ ਦਾ ਬੜਾ ਹੀ ਨਾਮ ਸੀ ਕਸ਼ਮੀਰ ਦੇ ਅੰਦਰ। ਬਾਦਸ਼ਾਹ ਵੀ ਸ਼ਾਹੂਕਾਰ ਦਾ ਪ੍ਰੇਮੀ ਸੀ। ਸ਼ਾਹੂਕਾਰ ਨਾਲ ਚੰਗੀ ਮਿੱਤਰਤਾ ਸੀ। ਉਹਨੂੰ ਪਤਾ ਸੀ ਕਿ ਇਹਦੇ 4 ਪੁੱਤਰ ਨੇ, ਪਰ ਇਹ ਛੋਟਾ ਪੁੱਤਰ ਕਦੀ ਦੇਖਿਆ ਨਹੀਂ ਸੀ। ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਸ਼ਾਹੂਕਾਰ ਨੂੰ ਬੁਲਾਇਆ ਕਿ ਪੁੱਛਿਆ, ਇਹ ਤੇਰਾ ਪੁੱਤਰ ਹੈ? ਤਾਂ ਸ਼ਾਹੂਕਾਰ ਜੋ ਆਪਣੇ ਪੁੱਤਰ ਵੱਲੋਂ ਘਰ ਕੰਮ ਨਾ ਕਰਨ ਕਰਕੇ ਦੁਖੀ ਸੀ, ਕਿਉਂਕਿ ਸ਼ਾਹੂਕਾਰ ਆਖਦਾ ਸੀ ਪੁੱਤਰ ਕੰਮ ਕਰ, 3 ਭਰਾ ਤੇਰੇ ਦਿਨ ਰਾਤ ਮਿਹਨਤ ਕਰਦੇ ਨੇ, ਪਰ ਇਹ ਬਹੁਤਾ ਸਮਾਂ ਕਥਾ ਵਿੱਚ ਲੰਘਾਉਂਦਾ ਸੀ, ਕੀਰਤਨ ਵਿੱਚ ਲੰਘਾਉਂਦਾ ਸੀ। ਸ਼ਾਹੂਕਾਰ ਆਖਣ ਲੱਗਾ ਕਿ ਨਹੀਂ, ਇਹ ਮੇਰਾ ਕੁਝ ਨਹੀਂ ਲੱਗਦਾ ਹੈ। ਇਹ ਬੱਚਾ ਦੇਖਦਾ ਰਿਹਾ। ਫਿਰ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਇਹ ਪੁੱਤਰ ਤੁਹਾਡਾ ਹੈ? ਮਾਤਾ ਨੇ ਵੀ ਇਹੋ ਹੀ ਬਚਨ ਕੀਤੇ ਕਿ ਨਹੀਂ। ਫਿਰ ਭਰਾਵਾਂ ਨੂੰ ਪੁੱਛਿਆ ਗਿਆ, ਭਰਾਵਾਂ ਨੇ ਵੀ ਕਹਿ ਦਿੱਤਾ ਕਿ ਨਹੀਂ, ਇਹ ਸਾਡਾ ਭਰਾ ਨਹੀਂ ਹੈ। ਬਾਦਸ਼ਾਹ ਦੇ ਅਹਿਲਕਾਰਾਂ ਨੇ ਫੜ ਲਿਆ। ਸਾਰੇ ਮੁੱਕਰ ਗਏ ਕਿ ਇਹ ਸਾਡਾ ਕੁਝ ਨਹੀਂ ਲੱਗਦਾ ਹੈ, ਕਿਉਂਕਿ ਬਾਦਸ਼ਾਹ ਦੇ ਹੁਕਮ ਤੋਂ ਸਾਰੇ ਡਰੇ ਹੋਏ ਸੀ। ਸੂਲੀ ਚੜ੍ਹਨ ਤੋਂ ਪਹਿਲਾਂ ਬਾਦਸ਼ਾਹ ਨੇ ਕਿਹਾ ਕਿ ਤੇਰਾ ਹੋਰ ਕੋਈ ਮਿਲਣ ਵਾਲਾ ਹੈ ਜਾਂ ਸਫਾਈ ਦੇਣ ਵਾਲਾ ਹੈ ਤਾਂ ਦੱਸ, ਤੈਨੂੰ ਹੁਣੇ ਸੂਲੀ ਤੇ ਚਾੜ ਦਿੱਤਾ ਜਾਏਗਾ। ਤਾਂ ਉਸ ਲੜਕੇ ਨੇ ਕਿਹਾ ਕਿ ਸੰਤ ਮਾਧੋ ਦਾਸ ਜੀ, ਜੋ ਕਿ ਇੱਕ ਧਰਮਸ਼ਾਲ ਵਿੱਚ ਰਹਿੰਦੇ ਨੇ, ਉਹਨਾਂ ਨੂੰ ਬੁਲਾ ਕੇ ਲਿਆਓ। ਉਸੇ ਵੇਲੇ ਅਹਿਲਕਾਰ ਗਏ। ਸੰਤ ਮਾਧੋ ਦਾਸ ਜੀ ਰੱਬ ਦੀ ਭਗਤੀ ਵਿੱਚ ਜੁੜੇ ਹੋਏ ਸੀ। ਨੇਤਰ ਖੁੱਲੇ ਤੇ ਆਖਣ ਲੱਗੇ, ਦੱਸੋ ਆਪ ਜੀ ਨੂੰ ਬਾਦਸ਼ਾਹ ਦਾ ਹੁਕਮ ਹੈ, ਹੁਣੇ ਚੱਲੋ। ਸੰਤ ਮਾਧੋ ਦਾਸ ਜੀ ਚਲੇ ਗਏ। ਜਾ ਕੇ ਕੀ ਦੇਖਿਆ, ਉਹੋ ਹੀ ਬੱਚਾ ਹੈ ਜਿਹੜਾ ਰੋਜ਼ ਮਨ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਸਿਫਤ ਸਲਾਹ ਸੁਣਦਾ ਹੈ। ਸੰਤ ਮਾਧੋ ਦਾਸ ਨੂੰ ਪੁੱਛਿਆ ਕਿ ਇਹ ਤੇਰਾ ਕੀ ਲੱਗਦਾ ਹੈ? ਤਾਂ ਸੰਤ ਮਾਧੋ ਦਾਸ ਕਹਿਣ ਲੱਗੇ, ਜੋ ਆਪ ਸਮਝ ਲਵੋ, ਭਾਵੇਂ ਚੇਲਾ ਕਹੋ, ਪੁੱਤਰ ਕਹੋ, ਸਤਸੰਗੀ ਕਹੋ, ਸੇਵਕ ਕਹੋ, ਇਹ ਮੇਰਾ ਸਭ ਕੁਝ ਹੀ ਲੱਗਦਾ ਹੈ। ਬਾਦਸ਼ਾਹ ਨੇ ਕਿਹਾ, ਸੰਤ ਜੀ ਇਹ ਅੱਧੀ ਰਾਤ ਅਵਾਰਾਗਰਦੀ ਕਰਦਾ ਫੜਿਆ ਗਿਆ ਹੈ। ਅੱਧੀ ਰਾਤ ਤਾਂ ਕੋਈ ਸਤਸੰਗ ਨਹੀਂ ਸੀ ਹੋ ਰਹੀ, ਪਰ ਮੇਰੇ ਹੁਕਮ ਮੁਤਾਬਕ ਅੱਧੀ ਰਾਤ ਤੋਂ ਬਾਅਦ ਫੜ ਜਾਣ ਵਾਲੇ ਨੂੰ ਸੂਲੀ ਤੇ ਚਾੜਨ ਦਾ ਹੁਕਮ ਸੀ। ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਬਾਦਸ਼ਾਹ ਸਮਝ ਕਰ, ਇਹ ਚੋਰ ਨਹੀਂ ਬੇਗੁਨਾਹ ਹੈ।
ਅਗਰ ਤੂੰ ਅੱਧੀ ਰਾਤ ਤੋਂ ਬਾਅਦ ਫਿਰਨ ਦਾ ਗੁਨਾਹ ਮੰਨਦਾ ਹੈ ਤਾਂ ਇਹ ਸਜ਼ਾ ਮੈਨੂੰ ਦੇਣੀ ਕਰ, ਕਿਉਂਕਿ ਮੇਰੀ ਵਜ੍ਹਾ ਕਰਕੇ ਇਸ ਸਮੇਂ ਤੋਂ ਬਾਅਦ ਸ਼ਹਿਰ ਵਿੱਚ ਫਿਰਿਆ ਹੈ। ਮੈਂ ਕਥਾ ਦੀ ਸਮਾਪਤੀ ਇਤਨੀ ਦੇਰ ਬਾਅਦ ਕੀਤੀ, ਇਸ ਦੀ ਇਹ ਦੁਰਦਸ਼ਾ ਨਾ ਹੁੰਦੀ, ਕਿਉਂਕਿ ਬਾਦਸ਼ਾਹ ਮੈਂ ਕਥਾ ਕਰਦਿਆਂ ਸਮੇਂ ਤੋਂ ਗਾਂਹ ਚਲਿਆ ਗਿਆ ਸੀ, ਇਸ ਕਰਕੇ ਇਹਨੂੰ ਸਜ਼ਾ ਨਾ ਦੇ। ਇਹ ਸਾਧ ਹੁੰਦਿਆਂ ਵੀ ਚੋਰ ਨਾ ਵੱਜਦਾ। ਪਰ ਬਾਦਸ਼ਾਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਿ ਇਸ ਨੂੰ ਬਚਾਉਣ ਵਾਸਤੇ ਤੂੰ ਇਹ ਤਰੀਕਾ ਸੋਚਿਆ ਹੈ ਕਿ ਬਾਦਸ਼ਾਹ ਨੇ ਸੰਤਾਂ ਨੂੰ ਸੂਲੀ ਤੇ ਨਹੀਂ ਟੰਗਣਾ, ਜੇ ਟੰਗ ਦਿੱਤਾ ਤਾਂ ਰਾਜੇ ਦੀ ਬਦਨਾਮੀ ਹੋਵੇਗੀ। ਕਿਤੇ ਤੁਹਾਡੀ ਵੀ ਇਸ ਦੇ ਨਾਲ ਹਿੱਸਾ ਪੱਤੀ ਤਾਂ ਨਹੀਂ ਹੈ। ਮੈਂ ਇਸ ਨੂੰ ਸੂਲੀ ਤੇ ਟੰਗਣ ਲੱਗਾ ਹਾਂ, ਜੇ ਬਚਾ ਹੁੰਦਾ ਤਾਂ ਸੰਤ ਜੀ ਬਚਾ ਲਵੋ। ਤਾਂ ਮਹਾਤਮਾ ਨੇ ਕਿਹਾ, ਮੈਂ ਇਸ ਨੂੰ ਕੀ ਬਚਾਉਣਾ ਹੈ, ਇਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਾਉਣਗੇ, ਜਿਨ੍ਹਾਂ ਦੀ ਬਾਣੀ ਦੀ ਕਥਾ ਸੁਣ ਕੇ ਇਹ ਬੱਚਾ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੈ। ਬਾਦਸ਼ਾਹ ਨੇ ਹੰਕਾਰ ਵਿੱਚ ਕਿਹਾ ਕਿ ਇਸ ਨੂੰ ਮੇਰੇ ਕੋਲੋਂ ਨਾ ਤੇਰਾ ਗੁਰੂ ਬਚਾ ਸਕਦਾ ਹੈ ਤੇ ਨਾ ਤੂੰ। ਬਾਦਸ਼ਾਹ ਦੇ ਹੁਕਮ ਅਨੁਸਾਰ ਜਲਾਦ ਲੱਕੜ ਦੀ ਸੂਲੀ ਤੇ ਚਾੜਨ ਲੱਗੇ ਤਾਂ ਸੰਤ ਮਾਧੋ ਦਾਸ ਨੇ ਨੇਤਰ ਬੰਦ ਕਰ ਲਏ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਬੜੇ ਪ੍ਰੇਮ ਨਾਲ ਅਰਦਾਸ ਕੀਤੀ। ਇਹੋ ਜੀ ਖੇਡ ਵਰਤੀ ਕਿ ਗੁਰਸਿੱਖ ਦੀ ਲਾਜ ਰੱਖਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਉਹ ਸੁੱਕੀ ਲੱਕੜ ਵਿੱਚੋਂ ਹਰੀਆਂ ਵੇਲਾਂ ਨਿਕਲ ਕੇ ਧਰਤੀ ਤੇ ਆ ਲੱਗੀਆਂ। ਲੜਕੇ ਨੂੰ ਭੋਰਾ ਵੀ ਦੁੱਖ ਨਾ ਹੋਇਆ। ਫਿਰ ਬਾਦਸ਼ਾਹ ਦੇ ਹੁਕਮ ਨਾਲ ਲੋਹੇ ਦੀ ਸੂਲੀ ਗੱਡੀ ਗਈ, ਉਹ ਵੀ ਮੋਮ ਵਾਂਗ ਢਲ ਕੇ ਧਰਤੀ ਤੇ ਵਗਣ ਲੱਗ ਪਈ। ਇਹ ਦੇਖ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ, ਡਰ ਗਿਆ ਕਿ ਮੈਂ ਤੇ ਪੂਰਨ ਮਹਾਪੁਰਸ਼ਾਂ ਨੂੰ ਸਜ਼ਾ ਦੇਣ ਲੱਗਾ ਸੀ। ਜਿੱਥੇ ਸੰਤ ਮਾਧੋ ਦਾਸ ਜੀ ਪੂਰਨ ਸੰਤ ਨੇ, ਉੱਥੇ ਇਹ ਬੱਚਾ ਵੀ ਪੂਰਨ ਸੰਤ ਬਣ ਚੁੱਕਾ ਹੈ। ਡਰ ਕੇ ਛੇਤੀ ਨਾਲ ਸੰਤ ਮਾਧੋ ਦਾਸ ਜੀ ਦੇ ਚਰਨ ਫੜ ਲਏ, ਮਾਫੀ ਮੰਗੀ ਤੇ ਬੇਨਤੀ ਕੀਤੀ, ਮਹਾਪੁਰਸ਼ੋ ਕਿਰਪਾ ਕਰੋ, ਆਪ ਜੀ ਤੇ ਦਰਸ਼ਨ ਹੋਏ ਨੇ, ਆਪ ਜਿਸ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਸੀ, ਮੈਨੂੰ ਉਹਦੇ ਵੀ ਦਰਸ਼ਨ ਕਰਾਓ। ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਬਾਦਸ਼ਾਹ ਸਾਨੂੰ ਕਸ਼ਮੀਰ ਤੋਂ ਅੰਮ੍ਰਿਤਸਰ ਜਾਣਾ ਪਵੇਗਾ, ਜਿੱਥੇ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ 5ਵੇਂ ਸਰੀਰ, ਜਿਨ੍ਹਾਂ ਨੂੰ ਧਿਆਉਣ ਦੇ ਨਾਲ ਸਵਰਗ ਵਿੱਚ ਜਗ੍ਹਾ ਮਿਲਦੀ ਹੈ, ਨਰਕਾਂ ਤੋਂ ਮਨੁੱਖ ਬਚ ਜਾਂਦਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬਾਦਸ਼ਾਹ ਫਿਰ ਕੋਈ ਸੰਕਟ ਨਹੀਂ ਆਉਂਦਾ ਹੈ। ਬਾਦਸ਼ਾਹ ਨੇ ਉਸੇ ਵੇਲੇ ਤਿਆਰੀ ਕੀਤੀ। ਸੰਤ ਮਾਧੋ ਦਾਸ ਜੀ ਅਤੇ ਉਹ ਲੜਕਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆ ਪਹੁੰਚਿਆ। ਗੁਰੂ ਸਾਹਿਬ ਜੀ ਦਾ ਦਰਬਾਰ ਲੱਗਾ ਹੋਇਆ ਸੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਪ੍ਰੇਮ ਨਾਲ ਆਖਣ ਲੱਗਿਆ, ਉਹ ਸੰਤ ਮਾਧੋ ਦਾਸ ਜੀ, ਗੁਰੂ ਨਾਨਕ ਨੇ ਲਾਜ ਰੱਖ ਲਈ ਹੈ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਉਸ ਸਮੇਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਰਾਗ ਗੂਜਰੀ ਮਹੱਲਾ 5ਵਾਂ। ਅੰਗ 10 ਤੇ ਸੁਭਾਏ ਮਾਨ ਹੈ, ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਓ ਜਨਨ ਪਿਤਾ ਲੋਕ ਸੁਤ ਬੰਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊੜ ਆਵੇ ਸੈਂ ਕੋਸਾ, ਤਿਸ ਪਾਛੈ ਬਚਰੇ ਸ਼ਰਿਆ,
ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਸਤਿਗੁਰੂ ਜੀ ਨੇ ਪਾਵਨ ਸ਼ਬਦ ਉਸ ਸਮੇਂ ਸੰਤ ਮਾਧੋ ਦਾਸ ਤੇ ਕਸ਼ਮੀਰ ਦੇ ਬਾਦਸ਼ਾਹ ਤੇ ਜਿਸ ਲੜਕੇ ਦੇ ਸਤ ਸੰਗਤ ਕਰਨ ਦੇ ਨਾਲ ਬਾਣੀ ਸੁਣਨ ਦੇ ਨਾਲ ਕਥਾ ਸੁਣਨ ਦੇ ਨਾਲ ਉਹਦੀ ਬਿਰਤੀ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਗਈ ਤੇ ਸਤਿਗੁਰੂ ਜੀ ਨੇ ਲਾਜ ਰੱਖ ਲਈ। ਉਸ ਸਮੇਂ ਗੁਰੂ ਸਾਹਿਬ ਜੀ ਆਖਣ ਲੱਗੇ, ਬਾਦਸ਼ਾਹ ਸੰਤ ਮਾਧੋ ਦਾਸ ਜੀ, ਇਹ ਜਿੰਨੇ ਸੰਸਾਰ ਦੀਆਂ ਰਿਸ਼ਤੇਦਾਰੀਆਂ ਨੇ ਇਹ ਕੇਵਲ ਤੇ ਕੇਵਲ ਪਿਛਲੇ ਸਾਡੇ ਸੰਜੋਗੀ ਨੇ, ਇਹ ਸਾਡੇ ਨਿਭਣ ਵਾਲੇ ਨਹੀਂ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਅੰਤ ਸਮੇਂ ਸਾਡਾ ਇਹਨਾਂ ਨੇ ਸਾਥ ਨਹੀਂ ਦੇਣਾ ਹੈ। ਪਰ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੂੰ ਹਿਰਦੇ 'ਚ ਵਸਾਇਆ ਸੀ। ਆਪ ਕਥਨੀ ਤੇ ਕਰਨੀ ਵਿੱਚ ਪੂਰੇ ਹੋ। ਆਪ ਸੋਢੀ ਵੰਸ਼ ਵਿੱਚ ਧੰਨ ਧੰਨ ਮਹਾਂਪੁਰਸ਼ ਸੰਤ ਮਾਧੋ ਦਾਸ ਜੀ ਹੋ। ਸਤਿਗੁਰੂ ਜੀ ਬੜੇ ਪ੍ਰੇਮ ਨਾਲ ਸੰਤ ਮਾਧੋ ਦਾਸ ਜੀ ਨੂੰ ਵਰ ਦਿੱਤਾ ਕਿ ਸੰਤ ਮਾਧੋ ਦਾਸ ਜੀ ਜੋ ਵੀ ਆਪ ਜੀ ਦੀ ਇਹ ਸਾਖੀ ਪਿਆਰ ਨਾਲ ਸਰਵਣ ਕਰੇਗਾ ਉਸ ਨੂੰ ਸੰਤਾਪ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਵੇਗਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਰੱਖਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸੰਤ ਮਾਧੋ ਦਾਸ ਜੀ ਮਹਾਰਾਜ।